ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਬਨਾਮ ਭਾਰਤ ਮਨੁੱਖੀ ਜਾਨ ਦੀ ਅਹਿਮੀਅਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪਿਛਲੇ ਸਾਲ ਲੋਕਡਾਊਨ ਦੇ ਦਿਨਾਂ ਦੌਰਾਨ ਅਮਰੀਕਾ ਦੇ ਵਿੱਚ ਇੱਕ ਜਾਰਜ ਫਲੋਇਡ ਨਾਂ ਦੇ ਨੌਜਵਾਨ ਦੀ ਜਿਹੜੀ ਸੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਵਿਰੋਧ ਕੀਤਾ ਸੀ। ਲੋਕਾਂ ਦਾ ਕਹਿਣਾ ਸੀ ਵੀ ਕਿ ਇਹ ਪੁਲਿਸ ਦੀ ਅਣਗਹਿਲੀ ਕਰਕੇ ਹੋਈ ਹੈ, ਵੀ ਕਿ ਜਿਹੜਾ ਪੁਲਿਸ ਨੇ ਉਹਦੀ ਧੌਣ 'ਤੇ ਗੋਡਾ ਰੱਖ ਕੇ ਦੱਬੀ ਰੱਖਿਆ, ਜੋ ਕਿ 9 ਮਿੰਟ ਦੇ ਕਰੀਬ ਕਿਹਾ ਜਾ ਰਿਹਾ ਵੀ ਕਿ ਦੱਬ ਕੇ ਰੱਖਿਆ ਤਾਂ ਉਹਦੀ ਮੌਤ ਹੋਈ ਹੈ। ਉਸ ਮਾਮਲੇ 'ਚ ਇੱਕ ਜਾਂਚ ਕਮੇਟੀ ਬੈਠੀ ਸੀ ਜਿਸ ਨੇ ਉਸ ਪੁਲਿਸ ਅਧਿਕਾਰੀ ਨੂੰ ਦੋਸ਼ੀ ਕਰਾਰ ਦਿੱਤਾ। ਅਸੀਂ ਜਾਣਨਾ ਚਾਹਾਂਗੇ ਇੱਕ ਤਾਂ ਇਹ ਪੂਰਾ ਮਾਮਲਾ ਕੀ ਸੀਗਾ, ਉਹ ਕਿਉਂ ਗ੍ਰਿਫਤਾਰ ਕੀਤਾ ਗਿਆ, ਕੇਸ ਕੀ ਸੀਗਾ। ਇਹਦੇ ਨਾਲ ਹੀ ਜਿਹੜੀ ਹੈ ਵੀ ਕਿ ਅਜਿਹੇ ਕੇਸਾਂ ਦੇ ਵਿੱਚ ਅਮਰੀਕਾ ਦੀ ਜਿਹੜੀ ਜਾਂਚ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਅਮਰੀਕਾ ਦੇ ਵਿੱਚ ਇਹ ਗੱਲ ਠੀਕ ਹੈ ਕਿ ਸ਼ੁਰੂ ਤੋਂ ਬੜੇ ਲੰਮੇ ਸਮੇਂ ਤੋਂ ਨਸਲਵਾਦ ਬਹੁਤ ਜ਼ਿਆਦਾ ਹੈ, ਕਾਲਿਆਂ ਅਤੇ ਗੋਰਿਆਂ ਦੇ ਵਿੱਚ ਨਫ਼ਰਤ। ਪਰ ਇੱਕ ਬੜੇ ਲੰਮੇ ਸਮੇਂ ਤੋਂ ਇਹ ਵੀ ਹੈ ਕਿ ਇੱਕ ਆਮ ਸਹਿਮਤੀ ਵੀ ਵਿਕਸਿਤ ਹੋ ਰਹੀ ਹੈ ਕਿ ਗੋਰਿਆਂ ਦਾ ਵੀ ਇੱਕ ਬੜਾ ਵੱਡਾ ਹਿੱਸਾ ਜਿਹੜਾ ਹੈ ਉਹ ਨਸਲਵਾਦੀ ਨਹੀਂ ਹੈ। ਇਹ ਗੱਲ ਵੀ ਪ੍ਰਵਾਨ ਕਰਨੀ ਪਏਗੀ। ਖਾਸ ਤੌਰ 'ਤੇ ਜਿਹੜਾ ਟਰੰਪ ਦਾ ਦੌਰ ਸੀ, ਉਹਨੇ ਨਸਲਵਾਦ ਨੂੰ ਵਧਾਉਣ 'ਚ ਵਿਚਾਰਧਾਰਕ ਤੌਰ 'ਤੇ ਕਾਫੀ ਕੋਸ਼ਿਸ਼ ਕੀਤੀ ਕਿ ਵੋਟਾਂ ਕਿਉਂਕਿ ਲੈ ਕੇ ਪਹਿਲੀ ਵਾਰ ਪ੍ਰੈਜ਼ੀਡੈਂਟ ਬਣਿਆ ਅਤੇ ਦੁਬਾਰਾ ਵੀ ਸ਼ਾਇਦ ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਮਾਹੌਲ ਦਾ ਅਸਰ ਹੁੰਦਾ। ਉਸ ਮਾਹੌਲ ਦੇ ਵਿੱਚੋਂ ਜਿਹੜੀ ਕਰੋਨਾ ਦੀਆਂ ਗਾਈਡਲਾਈਨਜ਼ ਦੇ ਵਿੱਚ ਦੌਰਾਨ ਹੀ ਉਸ ਇੱਕ ਐਲੀਗੇਸ਼ਨ ਲੱਗਿਆ, ਇੱਕ ਇਲਜ਼ਾਮ ਲੱਗਿਆ ਅਸਲ ਦੇ ਵਿੱਚ ਜਾਰਜ ਦੇ ਉੱਤੇ। ਇਲਜ਼ਾਮ ਇਹ ਲੱਗਿਆ ਕਿ ਉਹਨੇ ਪੈਸੇ ਚੁਰਾਏ ਨੇ ਜਾਂ ਉਹਨੇ ਪੈਸੇ ਦੇ ਕੋਈ ਚੀਜ਼ ਚੁਰਾਈ ਹੈ ਕਿਤੇ ਬਹੁਤ ਛੋਟੀ। ਇਮੀਡੀਏਟ ਪੁਲਿਸ ਨੇ ਉਹਦੇ ਪਿੱਛੇ ਲੱਗ ਕੇ ਉਹਨੂੰ ਫੜਿਆ ਅਤੇ ਫੜ ਕੇ 9 ਮਿੰਟ ਤੋਂ ਜ਼ਿਆਦਾ ਉਹਦੀ ਗਰਦਨ 'ਤੇ ਗੋਡਾ ਇਸ ਢੰਗ ਨਾਲ ਰੱਖਿਆ। ਉਹ ਇਸ ਗੱਲ ਨੂੰ ਚੀਕਦਾ ਵੀ ਰਿਹਾ ਕਿ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਸਾਹ ਨਹੀਂ ਆ ਰਿਹਾ, ਅਤੇ ਉਹਦੀ ਮੌਤ ਹੋ ਜਾਂਦੀ ਹੈ ਉਸੇ ਸਮੇਂ ਦੇ ਵਿੱਚ। ਕੁਦਰਤੀ ਇਹ ਚੀਜ਼ ਹੈ ਕਿ ਕੋਈ ਲੜਕੀ ਦੇਖ ਰਹੀ ਸੀ ਅਤੇ ਲੜਕੀ ਨੇ ਉਹਦੀ ਵੀਡੀਓ ਬਣਾ ਲਈ। ਜਦੋਂ ਵੀਡੀਓ ਬਾਹਰ ਆਈ ਸਾਰਿਆਂ ਦੇ ਸਾਹਮਣੇ ਉਹ ਰਿਲੀਜ਼ ਹੋਈ, ਉਦੋਂ ਬਾਅਦ ਅਮਰੀਕਾ ਦੇ ਵਿੱਚ ਅਤੇ ਸਾਰੀ ਦੁਨੀਆ ਦੇ ਵਿੱਚ ਇਹ ਕੇਸ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰਿਆ। ਅਮਰੀਕਾ ਦੇ ਵਿੱਚ ਤਾਂ ਟੋਟਲੀ ਲਗਭਗ ਇੰਨੇ ਲੋਕ ਸੜਕਾਂ 'ਤੇ ਆਉਂਦੇ ਰਹੇ ਲਗਾਤਾਰ ਕਿ ਜਾਮ ਵਰਗਾ ਕੰਮ ਹੋ ਗਿਆ। ਔਰ ਇਸੇ ਗੱਲ ਦੇ ਲਈ ਪਹਿਲਾਂ ਹਾਲਾਂਕਿ ਟਰੰਪ ਨੇ, ਉੱਥੋਂ ਦੇ ਰਾਸ਼ਟਰਪਤੀ ਨੇ ਹੋਰ ਐਂਗਲ ਲੈਣ ਦੀ ਟਰਾਈ ਕੀਤੀ ਸੀ, ਪਰ ਉਹ ਪੁਲਿਸ ਨੇ ਹੀ ਸਗੋਂ ਉਹਦੇ ਉਲਟ ਬਿਆਨਬਾਜ਼ੀ ਕੀਤੀ। ਇੱਕ ਸ਼ਹਿਰ ਦੇ ਪੁਲਿਸ ਵਾਲੇ ਨੇ ਤਾਂ ਸਗੋਂ ਇੱਥੋਂ ਤੱਕ ਕਹਿਤਾ ਸੀ ਕਿ ਜੇ ਰਾਸ਼ਟਰਪਤੀ ਚੰਗਾ ਨਹੀਂ ਕੋਈ ਬੋਲ ਸਕਦੇ ਤਾਂ ਜ਼ੁਬਾਨ ਬੰਦ ਰੱਖ ਸਕਦੇ ਨੇ। ਉਦੋਂ ਹੀ ਪੁਲਿਸ ਨੇ ਸਾਰੇ ਕਿਤੇ ਮਤਲਬ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਾਫੀ ਮੰਗਣੀ ਵੀ ਸ਼ੁਰੂ ਕੀਤੀ ਕਿ ਗਲਤ ਹੋਇਆ ਅਤੇ ਇਸ ਨੂੰ ਅਸੀਂ ਪ੍ਰਵਾਨ ਕਰਦੇ ਹਾਂ। ਹੋਰਾਂ ਦੇਸ਼ਾਂ ਦੇ ਵਿੱਚ ਵੀ ਇਹਦਾ ਅਸਰ ਗਿਆ ਇਸ ਪੱਧਰ ਦਾ, ਕਿਉਂਕਿ ਅਮਰੀਕਾ ਦੇ ਵਿੱਚ ਕੋਈ ਐਸੀ ਘਟਨਾ ਹੋਣ ਦਾ ਮਤਲਬ ਹੈ ਹੋਰਾਂ ਦੇਸ਼ਾਂ ਦੇ ਵਿੱਚ ਵੀ। ਇੱਕ ਗੱਲ ਕਲੀਅਰ ਹੈ ਉਹਦੇ 'ਚ ਕਿ ਅਮਰੀਕਾ ਚਾਹੇ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨਾ ਮਰਜ਼ੀ ਬੰਬਾਰਡਮੈਂਟ ਕਰਕੇ ਬੰਦੇ ਮਾਰ ਦਿੰਦਾ ਹੈ, ਇੱਧਰ ਉੱਧਰ ਗੱਲਾਂ ਕਰਦਾ, ਜੰਗਾਂ ਲਾਉਂਦਾ ਹੈ, ਔਰ ਐ ਨਹੀਂ ਹੈ ਕਿ ਉਹ ਬਹੁਤ ਸ਼ੁੱਧ ਜਾਂ ਇਹੋ ਜਿਹਾ ਇਨਸਾਨੀਅਤ ਪਸੰਦ ਦੇਸ਼ ਹੈ ਇਕੱਲਾ, ਅਤੇ ਇਸੇ ਕਰਕੇ ਹੈ। ਪਰ ਅਮਰੀਕਨ ਨਾਗਰਿਕ ਲਗਾਤਾਰ ਇੱਕ ਜਾਗਰੂਕਤਾ ਔਰ ਇੱਕ ਇਸ ਲੈਵਲ ਦੀ ਵਿਕਾਸ ਹੋਇਆ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ, ਲੋਕਾਂ ਦੇ ਜਾਗਰੂਕਤਾ ਦੇ ਪੱਧਰ 'ਤੇ, ਕਿ ਉਹਦੇ ਨਾਗਰਿਕਾਂ ਨਾਲ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਬਹੁਤ ਵੱਡੀ ਘਟਨਾ ਮੰਨੀ ਜਾਂਦੀ ਹੈ। ਜਦੋਂ ਮਨੁੱਖੀ ਜਾਨ ਦੇ ਮਾਮਲੇ ਦੇ ਵਿੱਚ ਜਾਂ ਉਹਦੇ ਜਿਹੜੀ ਉਲੰਘਣਾ ਦੇ ਰੂਪ ਦੇ ਵਿੱਚ ਜਦੋਂ ਵੀ ਕੋਈ ਗੱਲ ਵਾਪਰਦੀ ਹੈ, ਇਸੇ ਰੂਪ ਦੇ ਵਿੱਚ ਉਹਨੂੰ ਲਿਆ ਗਿਆ, ਇਸੇ ਪੱਧਰ 'ਤੇ ਐਡੀ ਵੱਡੀ। ਅਤੇ ਜਦੋਂ ਉਹ ਜਿਊਰੀ ਬਣਾਈ ਗਈ ਅਤੇ ਜਿਊਰੀ ਨੂੰ ਇਹ ਕੰਮ ਦਿੱਤਾ ਗਿਆ ਕਿ ਉਹਨੇ ਸਾਰਾ ਮਾਹੌਲ ਜਿਹੜਾ ਦੇਖਣਾ ਕੀ ਮਾਮਲਾ ਹੋਇਆ। ਉਹਦੀ ਜਿਹੜੀ ਰਿਪੋਰਟ ਆਈ ਹੈ ਉਹ ਰਿਪੋਰਟ ਇਸ ਰੂਪ 'ਚ ਆਈ ਹੈ ਕਿ ਉਹ ਜਿਹੜਾ ਪੁਲਿਸ ਅਫਸਰ ਸੀਗਾ ਡੈਰਿਕ ਚੌਵਿਨ, ਉਸ ਪੁਲਿਸ ਅਫਸਰ ਨੂੰ ਉਹਨਾਂ ਨੇ ਦੋਸ਼ੀ ਕਰਾਰ ਦਿੱਤਾ। ਅਜੇ ਸਜ਼ਾ ਸੁਣਾਉਣੀ ਹੈ ਕਿ ਕਿੰਨੀ ਹੋਏਗੀ, ਪਰ ਕਿਹਾ ਜਾਂਦਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਮਤਲਬ ਲਗਭਗ 12.5 ਸਾਲ ਤੋਂ 40 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਘੱਟੋ ਘੱਟ 12.5 ਸਾਲ ਤਾਂ ਹੋਏਗੀ ਉਹ, ਅਤੇ ਉਦੋਂ ਵੱਧ ਕੇ ਜਿਹੜੀ ਹੈ ਜਦੋਂ ਕਤਲ ਦਾ ਮੁਕੱਦਮਾ ਵੀ ਹੈ, ਬਾਕੀ ਚੀਜ਼ਾਂ ਨੇ, ਜਿਸ ਢੰਗ ਨਾਲ ਤੁਹਾਡਾ ਇਹ ਗੱਲ ਹੋਈ ਹੈ, 40 ਸਾਲ ਤੱਕ ਸਜ਼ਾ ਹੋ ਸਕਦੀ ਹੈ। ਔਰ ਇਹਦੇ 'ਤੇ ਸਭ ਤੋਂ ਉਦੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਦੋਨਾਂ ਦਾ ਅਤੇ ਹੋਰਾਂ ਲੋਕਾਂ ਦਾ ਜਿਹੜਾ ਬਿਆਨ ਹੈ, ਉਹ ਬਿਆਨ ਇਹ ਹੈ ਕਿ ਇਹ ਜਿਹੜਾ ਨਸਲਵਾਦ ਹੈ ਅਮਰੀਕਾ ਦੇ ਮੱਥੇ 'ਤੇ ਕਲੰਕ ਹੈ। ਇਹ ਇਨਸਾਫ ਕੇਵਲ ਇੱਕ ਗੱਲ ਨਾਲ ਹੀ ਨਹੀਂ ਹੋਣਾ ਕਿ ਹੁਣ ਇਹਨੂੰ ਮੰਨ ਲਈਏ ਕਿ ਇਨਸਾਫ ਹੈ, ਅਤੇ ਅੱਗੇ ਅਜੇ ਅਸੀਂ ਪਹਿਲਾ ਕਦਮ ਪੁੱਟਿਆ ਅਤੇ ਅੱਗੇ ਬਹੁਤ ਕਦਮ ਪੁੱਟੇ ਜਾਣ ਦੀ ਲੋੜ ਹੈ। ਇਹਦੇ ਵਾਸਤੇ ਲੋਕਾਂ ਦੀ ਮਾਨਸਿਕ ਤਬਦੀਲੀ ਦੀ ਲੋੜ ਹੈ। ਮਾਨਸਿਕ ਤੌਰ 'ਤੇ ਇਨਸਾਨੀ ਕਦਰਾਂ ਕੀਮਤਾਂ ਨਸਲਵਾਦ ਨੂੰ ਛੱਡ ਕੇ ਜੇ ਲੋਕਾਂ ਚਾਹਣਗੀਆਂ ਤਾਂ ਇਹ ਅਸਲ 'ਚ ਸਮੱਸਿਆ ਪੂਰੀ ਤਰ੍ਹਾਂ ਹੱਲ ਹੋਣੀ ਹੈ। ਔਰ ਇਹ ਗੱਲ ਠੀਕ ਵੀ ਹੈ। ਤੁਸੀਂ ਦੇਖੋ ਕਿ ਇਹਦੇ 'ਤੇ ਐਡੀ ਵੱਡੀ ਮੂਵਮੈਂਟ ਹੋਈ, ਬਾਕੀ ਗੱਲਾਂ ਹੋਈਆਂ, ਇਹਦੇ ਬਾਵਜੂਦ ਫਿਰ ਅਜੇ 18 ਅਪ੍ਰੈਲ ਨੂੰ ਇੱਕ ਘਟਨਾ ਫਿਰ ਜਿਹੜੀ ਸਾਡੀ ਰਿਪੋਰਟ ਹੋਈ ਹੈ ਉਹ ਹੈ ਕਿ ਇੱਕ ਬੰਦੇ ਨੇ ਫਾਇਰਿੰਗ ਕੀਤੀ
ਇੰਡੀਆਨਾ ਸਟੇਟ ਦੇ ਵਿੱਚ, ਉਹਦੀ ਕੈਪੀਟਲ ਦੇ ਵਿੱਚ 8 ਬੰਦੇ ਮਾਰਤੇ, ਜਿਹਦੇ ਚੋਂ 4 ਸਿੱਖ ਨੇ ਤੇ 3 ਬੀਬੀਆਂ ਤੇ 1 ਬੰਦਾ, ਜਿਹੜੇ ਸਾਡੇ ਦੁਆਬੇ ਨਾਲ ਸੰਬੰਧਿਤ ਨੇ। ਤੇ ਉਹ ਵੀ ਇਸੇ ਤਰੀਕੇ ਦੇ ਨਾਲ ਮਤਲਬ ਸਾਰਾ, ਕਿਉਂਕਿ ਉੱਥੇ ਰੁਜ਼ਗਾਰ ਦਾ ਸਵਾਲ, ਉਹ ਕੰਪਨੀ ਉੱਥੇ ਮੁਲਾਜ਼ਮ ਸੀਗੇ ਸਾਰੇ, ਉਹ ਆਪ ਬੰਦਾ ਵੀ ਪੁਰਾਣਾ ਮੁਲਾਜ਼ਮ ਸੀ ਉਹਦਾ ਹੀ। ਇਹ ਵੀ ਨਸਲਵਾਦ ਨਾਲ ਜੁੜੀ ਹੋਈ ਘਟਨਾ ਹੈ। ਨਸਲਵਾਦ ਦੀਆਂ ਘਟਨਾਵਾਂ ਇੱਕ ਘਟਨਾ ਤੇ ਜੇ ਇਨਸਾਫ ਮਿਲਦਾ ਹੈ ਤਾਂ ਉਹ ਇਹਦਾ ਆਧਾਰ ਤਿਆਰ ਹੁੰਦਾ ਉਹਦੇ ਨਾਲ। ਔਰ ਰਾਸ਼ਟਰਪਤੀ ਬਾਈਡਨ ਨੇ ਉਹਦੇ ਪਰਿਵਾਰ ਨੂੰ ਕਿਹਾ, ਮਤਲਬ ਜਿਹੜੇ ਜਾਰਜ ਦੇ ਪਰਿਵਾਰ ਨੂੰ, ਕਿ ਉਹਦੀ ਬੇਟੀ ਨੂੰ ਕਿਹਾ ਪਰਸਨਲੀ ਕਿ ਤੁਹਾਡੇ ਪਿਤਾ ਨੇ ਦੁਨੀਆ ਦੀ ਮਾਨਸਿਕਤਾ ਤਬਦੀਲ ਕਰਨੀ ਹੈ, ਇਹ ਬਹੁਤ ਵੱਡਾ ਕੰਮ ਹੈ, ਉਹਦੀ ਕੁਰਬਾਨੀ ਹੈ, ਇਹ ਅਜਾਈ ਨਹੀਂ ਜਾਏਗੀ। ਇਹ ਜਿਹੜਾ ਤਰੀਕਾਕਾਰ ਹੈ, ਇਹਦੇ ਤੋਂ ਘੱਟੋ ਘੱਟ ਭਾਰਤ ਨੂੰ ਵੀ ਜਾਂ ਬਾਕੀ ਨੂੰ ਸਿੱਖਣਾ ਚਾਹੀਦਾ ਹੈ। ਜਿਹੜੀਆਂ ਇਹ ਇੱਕ ਇੰਨੀ ਗੱਲ ਹੈ ਕਿ ਜੇਕਰ ਆਪਣੇ ਇੱਕ ਬੰਦੇ ਦੀ ਜ਼ਿੰਦਗੀ ਇੰਨੀ ਅਹਿਮੀਅਤ ਨਾਲ ਅਮਰੀਕੀ ਸਮਾਜ ਲੈਂਦਾ ਹੈ ਤੇ ਉਹ ਐਡਾ ਵੱਡਾ ਰਿਵੋਲਟ ਕਰਦਾ ਹੈ, ਤਾਂ ਸਾਡੇ ਕੀ ਪੋਜੀਸ਼ਨ ਹੈ ਉਸ ਸਾਰੇ ਮਾਮਲਿਆਂ ਦੇ ਵਿੱਚ। ਇਹ ਇੱਕ ਨਸੀਹਤ ਵਾਲੀ ਗੱਲ ਹੈ ਸਾਡੇ ਬਾਰੇ ਵੀ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਅਮਰੀਕਾ ਆਪਣੇ ਇੱਕ ਬੰਦੇ ਦੀ ਜਾਨ ਦੀ ਕੀਮਤ ਲਈ ਜਿਹੜਾ ਹੈਗਾ ਉਹ ਇੰਨਾ ਧਿਆਨ ਦੇ ਰਿਹਾ, ਇੰਨਾ ਕੁਝ ਸੋਚ ਰਿਹਾ। ਗੱਲ ਕਰੀਏ ਭਾਰਤ ਦੇ ਵਿੱਚ ਤਾਂ ਅਕਸਰ ਜਿਹੜਾ ਹੈਗਾ ਇਸ ਤਰ੍ਹਾਂ ਦੀ ਘਟਨਾਵਾਂ ਦੇਖੀਆਂ ਜਾਂਦੀਆਂ ਜਿੱਥੇ ਮਨੁੱਖਾਂ ਦੀ ਜਾਨਾਂ ਨੂੰ ਕੋਈ ਕੀਮਤ ਨਾ ਸਮਝਦੇ ਪੁਲਿਸ ਦੇ ਝੂਠੇ ਮੁਕਾਬਲਿਆਂ ਜਿਹੜਾ ਹੈਗਾ ਮੌਤ ਦੀ ਘਾਟ ਉਤਾਰਿਆ ਜਾਂਦਾ। ਜਿਵੇਂ ਹਾਲ ਹੀ 'ਚ ਗੱਲ ਕਰੀਏ ਵਿਕਾਸ ਦੁਬੇ ਦਾ, ਜਿਵੇਂ ਜੁਲਾਈ 2020 ਦੇ ਵਿੱਚ ਪੁਲਿਸ ਦੇ ਮੁਕਾਬਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਉਸ ਮਾਮਲੇ 'ਚ ਜਿਹੜਾ ਹੈਗਾ ਹੁਣ ਇੱਕ ਰਿਪੋਰਟ ਆਈ ਹੈ। ਅਸੀਂ ਜਾਣਨਾ ਚਾਹਾਂਗੇ ਉਹ ਕੀ ਰਿਪੋਰਟ ਹੈ ਤੇ ਉਸ ਵਿੱਚ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਅਮਰੀਕਾ ਦੇ ਮੁਕਾਬਲੇ ਕਿਸ ਤਰ੍ਹਾਂ ਹੀ ਰਹਿ ਰਹੀ। ਸਾਡੇ ਤਾਂ ਨਾਰਮਲੀ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਜਾਂ ਪੁਲਿਸ ਹਿਰਾਸਤ 'ਚ ਮੌਤਾਂ ਦਾ ਜਿਹੜਾ ਸਿਲਸਿਲਾ ਹੈ, ਇਹ 70ਵਿਆਂ ਦੇ ਵਿੱਚ ਜਿਹੜੀ ਨਕਸਲਵਾੜੀ ਮੂਵਮੈਂਟ ਸੀ ਉਹਦੇ ਦੌਰਾਨ ਹੀ ਦੇਸ਼ ਦੇ ਵਿੱਚ ਸਾਹਮਣੇ ਆਉਣ ਲੱਗਿਆ। ਉਦੋਂ ਬਾਅਦ ਪੰਜਾਬ ਦੀ ਕਹੀਏ ਤਾਂ ਖੜਕੂਬਾਦ ਦੇ ਦੌਰ ਦੌਰਾਨ ਵੀ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਰਿਪੋਰਟ ਹੈ ਕਿ ਇੰਨੇ ਅਣਪਛਾਤੇ ਕਹਿ ਕੇ ਸਾੜ ਦਿੱਤੇ ਗਏ, 2097 ਲਾਸ਼ਾਂ। CBI ਨੇ ਵੀ ਇਹ ਮੰਨ ਲਿਆ ਕਿ ਹਾਂ ਇਹ ਬੰਦੇ ਫੜ ਕੇ ਮਾਰੇ ਗਏ ਨੇ। ਇਹ ਗੱਲਾਂ ਨਾਰਮਲ ਇੱਕ ਗੱਲਾਂ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ। ਹੁਣ ਵੀ ਸਾਡੇ ਪਬਲਿਕ ਦਾ ਮਾਈਂਡਸੈਟ ਵੀ, ਕਾਨੂੰਨ ਦੇ ਪ੍ਰਤੀ ਸਨਮਾਨ ਵੀ, ਜਾਂਚ ਏਜੰਸੀਆਂ ਔਰ ਅਦਾਲਤੀ ਸਿਸਟਮ ਵੀ, ਉਹ ਸਾਰਿਆਂ 'ਤੇ ਹੀ ਸਵਾਲ ਖੜ੍ਹੇ ਹੁੰਦੇ ਨੇ ਜਿਹੜੀ ਇਸ ਇਨਸਾਨੀ ਕਦਰਾਂ ਕੀਮਤਾਂ ਦੇ ਮਾਮਲੇ ਦੇ ਵਿੱਚ। ਜਿਵੇਂ ਵਿਕਾਸ ਦੁਬੇ ਦਾ ਮਾਮਲਾ ਆਇਆ, ਇਹ ਠੀਕ ਹੈ ਕਿ ਉਹ ਕਾਤਲ ਸੀ, ਉਹਨੇ 8 ਪੁਲਿਸ ਵਾਲੇ ਵੀ ਮਾਰੇ ਸੀ ਅਤੇ ਉਹਨੂੰ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਂਦਾ। ਫੜ ਕੇ ਲਿਆਉਂਦੇ ਪੁਲਿਸ ਕਸਟਡੀ 'ਚ, ਅੱਗੇ ਗੱਡੀ ਹੈ, ਪਿੱਛੇ ਗੱਡੀ ਹੈ, ਅਤੇ ਉਹ ਗੱਡੀਆਂ ਦੇ ਵਿੱਚ ਉਹ ਕਹਿੰਦੇ ਗੱਡੀ 'ਚੋਂ ਭੱਜ ਗਿਆ, ਉਤਰ ਕੇ ਭੱਜੇ ਜਾਂਦੇ ਨਾਲ ਫਿਰ ਉਹਨੇ ਪੁਲਿਸ 'ਤੇ ਫਾਇਰਿੰਗ ਕੀਤੀ, ਫਿਰ ਉਹ ਹੋ ਗਿਆ ਅਤੇ ਮੁਕਾਬਲਾ ਹੋ ਗਿਆ, ਮੁਕਾਬਲੇ 'ਚ ਮਰ ਗਿਆ। ਅਤੇ ਉਹਦੇ 'ਚ ਕਮੇਟੀ ਬਣੀ ਹੈ, ਹੋ ਹੱਲਾ ਇੱਥੇ ਵੀ ਮੱਚਿਆ। ਇੱਕ ਕਮੇਟੀ ਬਣੀ, ਸੁਪਰੀਮ ਕੋਰਟ ਦਾ ਰਿਟਾਇਰਡ ਜੱਜ, 2 ਹਾਈ ਕੋਰਟ ਦੇ ਜੱਜ, 1 ਜੱਜ ਅਤੇ 1 ਸਾਬਕਾ ਪੁਲਿਸ ਅਫਸਰ, ਕਮੇਟੀ ਬਣਾਈ। ਅਤੇ ਹੁਣ ਉਸ ਕਮੇਟੀ ਦੀ ਰਿਪੋਰਟ ਕੀ ਆਈ ਹੈ? ਕਮੇਟੀ ਦੀ ਰਿਪੋਰਟ ਇਹ ਆਈ ਹੈ ਕਿ ਪੁਲਿਸ ਦੀ ਜਿਹੜੀ ਥਿਊਰੀ ਹੈ ਜਾਂ ਉਹਦਾ ਜਿਹੜਾ ਬਿਆਨ ਹੈ, ਉਹਨੂੰ ਰੱਦ ਕਰਨ ਦੇ ਵਾਸਤੇ ਕੋਈ ਪ੍ਰਤੱਖਦਰਸ਼ੀ ਜਿਹੜਾ ਸਾਹਮਣੇ ਖੜਾ ਚਸ਼ਮਦੀਦ ਗਵਾਹ ਨਹੀਂ ਮਿਲਿਆ। ਇਸ ਕਰਕੇ ਇਹ ਕੋਈ ਦੋਸ਼ੀ ਨਹੀਂ ਬਣਦੀ ਪੁਲਿਸ। ਮਤਲਬ ਨਿਆਂ ਕਾਹਦੇ 'ਤੇ ਹੋਣਾ ਹੁੰਦਾ ਹੈ? ਨਿਆਂ ਕੀ ਇਹ ਸਾਰੀਆਂ ਚੀਜ਼ਾਂ ਜਿਹੜੇ ਸਰਕਮਸਟੈਂਸਸ ਨੇ, ਹਾਲਾਤ ਨੇ, ਮਾਹੌਲ ਹੈ। ਜਿਵੇਂ ਤੁਸੀਂ ਮੰਨ ਲਿਆ ਕਿ ਐਂ ਕੋਈ ਬੰਦਾ ਭੱਜ ਸਕਦਾ ਹੈ, ਉਹਦੇ ਕੋਲ ਹਥਿਆਰ ਕਿੱਥੋਂ ਆਇਆ, ਪੁਲਿਸ ਦੇ ਹਥਿਆਰ ਖੋਲ੍ਹੇਗਾ, ਉਸ ਤੋਂ ਬਾਅਦ ਉਹ ਹਮਲਾ ਕਰ ਦੇਗਾ। ਲੋਕਾਂ ਦੇ ਮੰਨਣ 'ਚ ਤਾਂ ਇਹ ਨਹੀਂ ਆਏਗਾ। ਇਹ ਇਨਸਾਫ ਦੇ ਤਕਾਜ਼ੇ 'ਤੇ ਕਿਵੇਂ ਆਏਗਾ ਕਿਸੇ ਤਰੀਕੇ? ਬਿਲਕੁਲ। ਇਦੋਂ ਪਹਿਲਾਂ ਇਸੇ ਤਰ੍ਹਾਂ ਇਸਰਤ ਜਹਾਂ ਕੇਸ ਹੈ ਜੀ, ਇਸਰਤ ਜਹਾਂ ਕੇਸ ਦੇ ਮਾਮਲੇ ਦੇ ਵਿੱਚ ਸਭ ਦੇ ਸਾਹਮਣੇ ਆਈ ਗੱਲ ਹੈ। ਜਿਹੜਾ ਮੈਜਿਸਟਰੇਟ ਦੀ ਜਾਂਚ ਸੀ ਉਹਨੇ ਕਿਹਾ ਕਿ ਫੇਕ ਐਨਕਾਊਂਟਰ ਹੈ। ਉਦੋਂ ਬਾਅਦ ਦੀਆਂ ਜਾਂਚਾਂ ਦੇ ਵਿੱਚ ਵੀ ਆਇਆ, ਪਰ ਕਿਉਂਕਿ ਗੌਰਮੈਂਟ ਕਹਿੰਦੀ ਹੈ ਕਿ ਨਹੀਂ ਅਸੀਂ ਮੁਕੱਦਮਾ ਚਲਾਉਣ ਦਾ ਉਹ ਫੈਸਲਾ ਕਰਨਾ, ਅਤੇ ਉਹ ਵੀ ਕਿਸੇ ਨੇ ਨਹੀਂ ਮਾਰਿਆ, ਇਹਦਾ ਮਤਲਬ ਜਾਇਜ਼ ਹੋ ਗਿਆ ਫਿਰ ਸਾਰਾ ਕੰਮ। ਔਰ ਇਸੇ ਤਰੀਕੇ ਦੇ ਨਾਲ ਕਿੰਨੀਆਂ ਹੀ ਚੀਜ਼ਾਂ ਨੇ। ਆ ਜਿਹੜੇ ਰਿਪੋਰਟਾਂ ਆ ਰਹੀਆਂ ਨੇ 2, ਕੱਲ੍ਹ ਹੀ ਡਿਜੀਟਲ ਰਿਪੋਰਟ ਜਿਹੜੀ ਸੈਕੰਡ ਆਈ ਹੈ ਇੱਕ ਫੋਰੈਂਸਿਕ ਲੈਬ ਦੀ, ਜਿੰਨੇ ਵੀ ਜਿਹੜਾ ਰੋਨਾ ਵਿਲਸਨ ਹੈ ਐਕਟਿਵਿਸਟ ਫੜਿਆ ਹੋਇਆ ਭੀਮਾ ਕੋਰੇਗਾਂਵ ਮਾਮਲੇ ਦੇ ਵਿੱਚ, ਅਤੇ ਉਹਦੇ 'ਚ ਇਹ ਕਿਹਾ ਗਿਆ ਕਿ ਉਹਨਾਂ ਨੇ ਕਦੇ ਵੀ ਉਹ ਕੰਪਿਊਟਰ ਛੇੜਿਆ ਨਹੀਂ, ਨਾ ਉਹਦੇ ਨਾਲ ਜੇ ਕਿਸੇ ਹੋਰ ਬੰਦੇ ਨੇ ਛੇੜਿਆ। ਉਹ ਫਾਈਲਾਂ ਇੰਜੈਕਟ ਕੀਤੀਆਂ ਗਈਆਂ ਨੇ, ਕਿਤੋਂ ਬਾਹਰੋਂ ਹੈਕ ਕਰਕੇ ਮਤਲਬ ਉੱਥੇ ਭੇਜੀਆਂ ਗਈਆਂ ਨੇ। ਦੂਜੀ ਰਿਪੋਰਟ ਹੈ। ਪਹਿਲੀ ਰਿਪੋਰਟ 'ਚ ਇਹ ਸੀ 10 ਫਾਈਲਾਂ ਅਤੇ ਹੁਣ 22 ਫਾਈਲਾਂ ਦੀ ਜਿਹੜੀ ਰਿਪੋਰਟ ਸਾਡੇ ਸਾਹਮਣੇ ਆਈ ਹੈ। ਅਤੇ ਉਹ ਬੰਦੇ ਅੰਦਰ ਨੇ 2-2 ਸਾਲ ਤੋਂ, ਕੇਵਲ ਇਹ ਉਸੇ ਨੂੰ ਉਹਦਾ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਅਤੇ ਮੰਨ ਲਿਆ। ਪਰ ਅਜੇ ਵੀ ਸਾਡਾ ਸਿਸਟਮ ਇਹ ਮੰਨਣ ਲਈ ਤਿਆਰ ਨਹੀਂ ਕਿ ਇਹਦੀ ਜਾਂਚ ਕਰਾ ਲੈਂਦੇ ਹਾਂ। ਬਿਲਕੁਲ, ਜਾਂਚ ਕਰਾਉਣ ਤੱਕ ਵੀ ਤਿਆਰ ਨਹੀਂ ਹੈ ਉਸ ਪੱਧਰ ਦੇ ਉੱਤੇ। ਇਸ ਲਈ ਜਿੰਨੇ ਵੀ ਇਹ ਮੁੱਦੇ ਆ ਰਹੇ ਨੇ ਸਾਡੇ ਸੈਟਅਪ ਦੇ ਵਿੱਚ, ਚਾਹੇ ਉਹ ਪੁਲਿਸ ਹਿਰਾਸਤੀ ਦਾ ਮੌਤ ਹੈ, ਪੰਜਾਬ ਦੇ ਵਿੱਚ ਵੀ ਇੱਕ ਮੁੰਡਾ ਫਰੀਦਕੋਟ ਪੁਲਿਸ ਹਿਰਾਸਤ ਦੇ ਵਿੱਚ ਮਰਿਆ ਸੀ, ਅਤੇ ਪੁਲਿਸ ਵਾਲੇ ਅਤੇ ਬਾਕੀ ਤੰਤਰ ਕੀ ਕਹਿੰਦਾ, ਸਮਝੌਤਾ ਕਰ ਲਓ, ਥੋੜ੍ਹੇ ਬਹੁਤ ਪੈਸੇ ਦੇ ਕੇ ਗਰੀਬ ਆਦਮੀਆਂ ਨੂੰ ਕਹਿੰਦੇ ਨੇ ਤੈਨੂੰ ਇੰਨੇ ਕੁ ਪੈਸੇ ਦੇ ਦਿੰਦੇ, ਨਹੀਂ ਤਾਂ ਕੋਈ ਗੱਲ ਨਹੀਂ ਹੈ ਇਸ ਲੈਵਲ 'ਤੇ। ਇਹ ਜਿਹੜਾ ਤੰਤਰ ਹੈ, ਇਹ ਇੱਕ ਮਾਨਸਿਕਤਾ ਬਣ ਜਾਂਦੀ ਹੈ ਸਿਆਸਤਦਾਨਾਂ ਦੀ, ਪੁਲਿਸ ਦੀ, ਅਪਰਾਧੀਆਂ ਦਾ ਇੱਕ ਗੱਠਜੋੜ ਬਣ ਜਾਂਦਾ। ਉਹ ਗੱਠਜੋੜ ਫਿਰ ਆਮ ਲੋਕਾਂ ਦੇ ਇਨਸਾਫ ਦੇ ਰਾਹ 'ਚ ਰੋੜਾ ਅਟਕਾਉਂਦਾ।
ਤੇ ਉਹ ਜਿਹੜਾ ਰਸਤੇ 'ਚ ਰੋਡ ਹੈ, ਸਾਡੇ ਤਾਂ ਹੁਣ ਇੰਨੇ ਬੰਦੇ ਮਰੇ ਰਸਤੇ 'ਚ ਗਏ ਕਰੋਨਾ ਦੇ ਦੌਰ 'ਚ ਹੀ, ਇੰਨੇ ਮਜ਼ਦੂਰ ਗਏ, ਇੰਨੀਆਂ ਚੀਜ਼ਾਂ ਮਤਲਬ ਇੰਨੇ ਬੰਦੇ ਰਸਤੇ 'ਚ ਮਰ ਗਏ, ਕਿਸੇ ਨੇ ਬੱਚਾ ਰਸਤੇ 'ਚ ਜਨਮ ਦੇਣਾ ਪਿਆ ਕਿਸੇ ਔਰਤ ਨੂੰ, ਤੇ ਕੋਈ ਅਦਾਲਤੀ ਸਿਸਟਮ ਦੇ ਵਿੱਚ ਕੋਈ ਹੱਲਾ ਗੁੱਲਾ ਨਹੀਂ ਹੋਇਆ, ਨਾ ਦੇਸ਼ ਦੇ ਵਿੱਚ ਕੋਈ ਹੱਲਾ ਗੁੱਲਾ ਹੋਇਆ ਇਸ ਲੈਵਲ 'ਤੇ ਕਿ ਇੰਨੇ ਬੰਦਿਆਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਤੁਸੀਂ ਕੀ ਕਰ ਰਹੇ ਹੋ। ਸਾਡੇ 350 ਤੋਂ ਵੱਧ ਕਿਸਾਨ ਮਰ ਗਿਆ ਜਿਹੜਾ ਅੰਦੋਲਨ ਦੇ ਵਿੱਚ ਬੈਠਾ ਹੋਇਆ 6.5 ਮਹੀਨੇ ਤੋਂ, ਪੌਣੇ 5 ਮਹੀਨੇ ਤਾਂ ਲਗਭਗ ਉੱਥੇ ਹੋ ਗਏ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਪਰ ਕੋਈ ਤੰਤਰ ਸੰਵੇਦਨਸ਼ੀਲਤਾ ਨਹੀਂ ਹੈ। ਇਲਜ਼ਾਮ ਉਲਟਾ ਲਾਉਂਦੇ ਨੇ, ਉਹਦੇ ਕਰਕੇ ਮਰਦਾ, ਉਹਦੇ ਕਰਕੇ ਮਰਦਾ, ਇਹਦੇ ਕਰਕੇ ਮਰਦਾ, ਕਾਹਦੇ ਕਰਕੇ, ਮਤਲਬ ਬੰਦੇ ਦੀ ਜਾਨ ਦੀ ਕੋਈ ਕੀਮਤ, ਉਹਦੇ ਪ੍ਰਤੀ ਕੋਈ ਸੰਵੇਦਨਾ ਸਾਡੇ ਸਿਸਟਮ ਦੇ ਵਿੱਚ, ਸਾਡੇ ਅਦਾਲਤੀ ਪੈਟਰਨ ਦੇ ਵਿੱਚ, ਸਾਡੇ ਕਾਰਜਪਾਲਿਕਾ ਦੇ ਵਿੱਚ, ਜਾਂ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਰੂਪ ਦੇ ਵਿੱਚ, ਦੇਸ਼ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦੇ ਰੂਪ ਦੇ ਵਿੱਚ ਕਿੱਥੇ ਹੈ ਕੋਈ ਸਿਸਟਮ। ਇਸ ਲਈ ਸਮੁੱਚੇ ਤੌਰ 'ਤੇ ਜਿਹੜੀ ਇਨਸਾਨੀ ਕਦਰਾਂ ਕੀਮਤਾਂ ਦਾ ਸਵਾਲ ਹੈ ਉਹ ਬਹੁਤ ਵੱਡਾ। ਹਾਲਾਂਕਿ ਸਾਡੇ ਕੋਲ ਵਿਰਸਾ ਹੈ ਇਨਸਾਨੀ ਕਦਰ ਕੀਮਤਾਂ ਦੇ, ਦੇਖੀਏ ਗੁਰੂ ਤੇਗ ਬਹਾਦਰ ਸਾਹਿਬ ਦਾ ਕਿ ਜਾ ਕੇ ਤੁਸੀਂ ਸਿਰ ਕਟਾ ਸਕਦੇ ਹੋ ਕਿਸੇ ਦੇ ਮਨੁੱਖੀ ਅਧਿਕਾਰਾਂ ਦੇ ਵਾਸਤੇ, ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬੈਠ ਸਕਦੇ ਨੇ, ਉਸ ਤੋਂ ਬਾਅਦ ਲੋਕ ਲੜਾਈਆਂ ਲੜ ਸਕਦੇ ਨੇ, ਪਰ ਸਾਡਾ ਮੌਜੂਦਾ ਢਾਂਚਾ ਜਿਹੜਾ ਇਹੋ ਜਿਹਾ ਬਣਿਆ ਹੋਇਆ, ਅਸੀਂ ਉਹਨੂੰ ਫੋਲੋ ਕਰਨ ਦੀ ਬਜਾਏ ਪੁਰਾਣੇ ਨੂੰ, ਜਿਹੜਾ ਵੱਡਾ ਇੱਕ ਸਾਡਾ ਸਨਮਾਨ ਨਾਲ ਸਿਰ ਉੱਚਾ ਕਰਦਾ ਦੁਨੀਆ ਦੇ ਵਿੱਚ, ਅਸੀਂ ਬਹੁਤ ਤੰਗ ਨਜ਼ਰੀ ਦੇ ਵਿੱਚ ਪੈ ਗਏ ਹਾਂ। ਵੋਟ ਬੈਂਕ ਤੋਂ ਅੱਗੇ ਅਸੀਂ ਸੋਚਣਾ ਬੰਦ ਕਰ ਗਏ ਹਾਂ, ਔਰ ਹਜੂਮੀ ਹਿੰਸਾ ਦੇ ਵਿੱਚ ਜਿੰਨੇ ਬੰਦੇ ਮਾਰ ਦਿੱਤੇ ਗਏ, ਜਦੋਂ ਜਿਨ੍ਹਾਂ ਨੇ ਉਹ ਬੰਦੇ ਮਾਰੇ ਨੇ, ਸਾਡੇ ਸੱਤਾ ਤੰਤਰ ਦੇ ਬੰਦੇ ਉਹਨਾਂ ਦੇ ਗਲਾਂ 'ਚ ਜਾ ਕੇ ਹਾਰ ਪਾਉਂਦੇ ਨੇ, ਤਾਂ ਬੰਦੇ ਦੀ ਜਾਨ ਦੀ ਕੀਮਤ ਕਿੱਥੇ ਹੈ ਨਾਗਰਿਕ ਦੇ ਤੌਰ 'ਤੇ। ਇਸ ਲਈ ਇਸ ਗੱਲ ਨੂੰ ਸਾਡੇ ਸਮਾਜ ਦੇ ਵਿੱਚ ਵੀ ਵਿਚਾਰਨਾ, ਇਹਦੇ 'ਤੇ ਆਪਸਦਾਰੀ ਦੇ ਵਿੱਚ ਵਿਚਾਰ ਚਰਚਾ ਕਰਨਾ, ਅਤੇ ਸਮਾਜ ਦੇ ਵਿੱਚੋਂ ਇੱਕ ਵੱਡੀ ਇਨਸਾਨੀਅਤ ਦਾ ਐਂਗਲ ਨਿਕਲ ਕੇ ਆਉਣਾ, ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਮੀਰ ਸਿੰਘ ਜੀ, ਭਾਰਤ ਦੇਸ਼ 'ਚ ਅਜਿਹੀ ਘਟਨਾਵਾਂ ਵਾਪਰਦੀਆਂ ਨੇ, ਇਹਦੇ ਪਿੱਛੇ ਕਾਰਨ ਕੀ ਹੈ? ਕਿ ਸਾਡੇ ਕਾਨੂੰਨ ਦੇ ਵਿੱਚ ਕੋਈ ਚੋਰ ਮੋਰੀਆਂ ਰੱਖੀਆਂ ਹੋਈਆਂ ਨੇ, ਜਾਂ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਬਣ ਜਾਈਏ ਵੀ ਕਿ ਉਹ ਕਿਸੇ ਵੀ ਮਨੁੱਖ ਦੀ ਜਿਹੜੀ ਹੈਗੀ ਜਾਨ ਦੀ ਕੋਈ ਕੀਮਤ ਨਹੀਂ ਸਮਝਦੇ? ਇਸ ਨੂੰ ਤੁਸੀਂ ਕਿਵੇਂ ਸਮਝਦੇ? ਵੱਡੇ ਪੱਧਰ 'ਤੇ ਤਾਂ ਇਹ ਹੁੰਦਾ ਹੀ ਹੈ ਕਿ ਮਾਨਸਿਕਤਾ ਪਹਿਲੀ ਚੀਜ਼ ਹੈ, ਕਿ ਜਿਹੋ ਜਿਹਾ ਮਨ ਬਣ ਜਾਂਦਾ ਲੋਕਾਂ ਦਾ, ਜੇ ਉਹ ਹਰ ਇਨਸਾਨੀ ਜਾਨ ਦੀ ਕਦਰ ਸਮਝਣ, ਬਿਨਾਂ ਧਰਮ ਤੋਂ, ਬਿਨਾਂ ਜਾਤ ਤੋਂ, ਬਿਨਾਂ ਵਖਰੇਵੇਂ ਬੋਲੀ ਤੋਂ, ਇਨਸਾਨ ਨੂੰ ਇਨਸਾਨ ਸਮਝ ਕੇ, ਤਾਂ ਨਹੀਂ ਹੁੰਦਾ। ਉਸੇ ਮਾਨਸਿਕਤਾ ਦਾ ਫਾਇਦਾ ਉਠਾ ਕੇ, ਕਿਉਂਕਿ ਜਦੋਂ ਅਸੀਂ ਤੰਗ ਨਜ਼ਰੀ 'ਚ ਆ ਜਾਂਦੇ ਹਾਂ, ਉਹਦਾ ਫਾਇਦਾ ਉਠਾ ਕੇ ਗੈਰ ਸੰਵਿਧਾਨਕ ਚੀਜ਼ਾਂ ਵੀ ਸਰਕਾਰਾਂ ਕਰਦੀਆਂ ਨੇ। ਹੁਣ ਕਿੰਨੇ ਹੀ ਮੁੱਦੇ ਇਹੋ ਜਿਹੇ ਨੇ ਜਿਹੜੇ 'ਤੇ ਇਹ ਸਵਾਲ ਉੱਠ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਪਈਆਂ ਨੇ ਕਿ ਕੇਂਦਰ ਦੀ ਸਰਕਾਰ ਨੇ ਆ ਗੈਰ ਸੰਵਿਧਾਨਕ ਕਾਨੂੰਨ ਬਣਾਏ ਆ, ਇਹਨੂੰ ਦੇਖਿਆ ਜਾਣਾ ਚਾਹੀਦਾ ਹੈ, ਪਰ ਉਹਨਾਂ 'ਤੇ ਸੁਣਵਾਈ ਨਹੀਂ ਹੋ ਰਹੀ ਪ੍ਰੋਪਰ ਤਰੀਕੇ ਦੇ ਨਾਲ। ਜੇ ਸੁਣਵਾਈ ਹੋਊਗੀ ਤਾਂ ਸਾਲਾਂ ਬੱਧੀ ਚੱਲਦੀ ਰਹੂਗੀ, ਅਤੇ ਉਹ ਪ੍ਰੋਪਰ ਨਹੀਂ ਹੈ। ਹੁਣ ਆਹ ਸਾਰੇ ਕੇਸਾਂ ਦੇ ਵਿੱਚ ਸਾਲ ਦੇ ਅੰਦਰ ਅੰਦਰ ਆ ਜਾਂਦਾ ਨਾ ਸਾਰਾ ਕੁਝ, ਅਤੇ ਸਾਲ ਦੇ ਅੰਦਰ ਅੰਦਰ ਤੁਸੀਂ ਫੈਸਲਾ ਕਰਕੇ ਬੰਦੇ ਨੂੰ ਸਜ਼ਾ ਦੇ ਦਿੰਦੇ ਹੋ। ਔਰ ਇਸੇ ਲਈ ਜਿਹੜਾ ਸਾਡੇ ਸੈਟਅਪ ਹੈ, ਹੁਣ NSA ਬਣਿਆ ਹੋਇਆ ਸਾਡੇ, ਇਹ ਤੋਂ ਪਹਿਲਾਂ ਪੋਟਾ ਸੀ, ਨੋਟਾ ਸੀ, ਅਤੇ ਇਹ ਸਾਰੀਆਂ ਚੀਜ਼ਾਂ ਨੇ, ਅਤੇ ਹੁਣ ਜਿਹੜਾ ਸਾਡੇ ਸਾਹਮਣੇ ਇੱਕ ਐਕਟ UAPA ਹੈ, NIA ਹੈ, ਉਹ ਸਾਰੇ ਨੇ। ਉਹਨਾਂ ਦੇ ਵਿੱਚ ਤੁਸੀਂ ਫੈਸਲਾ ਹੀ NSA ਵਗੈਰਾ ਦੇ ਵਿੱਚ ਇਹ ਰੱਖਤਾ ਹੈ ਕਿ ਅਸਲ ਦੇ ਵਿੱਚ ਤੁਸੀਂ ਅਦਾਲਤ 'ਚ ਜਾ ਹੀ ਨਹੀਂ ਸਕਦੇ, ਜ਼ਮਾਨਤ ਲਈ ਵੀ ਨਹੀਂ ਜਾ ਸਕਦੇ, ਔਰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਤੁਸੀਂ ਹੱਕ ਦੇ ਰੱਖਿਆ, ਉਹ ਜੋ ਮਰਜ਼ੀ ਕਰੇ। ਜੇ ਉਹਨੇ ਗਲਤ ਵੀ ਮਨਜ਼ੂਰੀ ਦਿੱਤੀ, ਜਿਵੇਂ ਮਰਜ਼ੀ ਕਰਤਾ, ਤਾਂ ਵੀ ਉਹਦੇ ਖਿਲਾਫ ਤੁਸੀਂ ਕੁਝ ਨਹੀਂ ਕਰ ਸਕਦੇ। ਜਿੱਥੇ ਜਸਟਿਸ ਸਿਸਟਮ ਇਹ ਹੋ ਜਾਏਗਾ ਕਿ ਜਿਹੜੇ ਪੁਲਿਸ ਵਾਲੇ ਨੇ ਤੁਹਾਡੇ 'ਤੇ ਝੂਠਾ ਪਰਚਾ ਪਾਇਆ ਹੈ ਜਾਂ ਤੁਹਾਨੂੰ ਜੇਲ੍ਹ 'ਚ ਰੱਖਿਆ, ਜੇ ਉਹ ਸਾਬਤ ਹੋ ਜਾਂਦਾ ਕਿ ਇਹ ਝੂਠ ਹੈ, ਤਾਂ ਪੁਲਿਸ ਵਾਲੇ ਦੇ ਖਿਲਾਫ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਸਿਸਟਮ 'ਚ ਉਹ ਕਾਰਵਾਈ ਨਹੀਂ ਹੋ ਰਹੀ। ਇਸੇ ਕਰਕੇ ਨਿਧੜਕ ਹੋ ਕੇ ਜਿਹੜੇ ਬੇਕਸੂਰ ਬੰਦਿਆਂ ਨੂੰ ਵੀ ਬਿਨਾਂ ਜਾਂਚ ਤੋਂ ਵੀ ਫਸਾਇਆ ਜਾ ਰਿਹਾ, ਬਾਅਦ ਦੇ ਵਿੱਚ ਜੇ ਉਹ 2-4 ਸਾਲ ਬਾਅਦ ਛੁੱਟ ਵੀ ਜਾਊਗਾ, ਸਾਰਾ ਕੁਝ ਉਹਦਾ ਬਰਬਾਦ ਵੀ ਹੋ ਜੂ, ਤਾਂ ਕਿਸੇ ਸਿਸਟਮ ਨੇ ਕੰਪਨਸੇਸ਼ਨ ਨਹੀਂ ਦੇਣਾ, ਕਿਸੇ ਸਿਸਟਮ ਨੇ ਉਹਦੇ ਬਾਕੀ ਉਹਨੇ ਲਿਆਉਣਾ। ਇਸ ਲਈ ਸਾਡੇ ਜਿਹੜਾ ਸਿਸਟਮ ਹੈ, ਜਿਹੜਾ ਕਾਨੂੰਨੀ ਢਾਂਚਾ ਹੈ, ਜਿਹੜਾ ਇਨਸਾਫ ਦਾ ਢਾਂਚਾ ਹੈ, ਉਹਦੇ 'ਚ ਵੀ ਕਮੀ ਹੈ। ਮਾਨਸਿਕਤਾ ਦੇ ਨਾਲ ਦੀ ਨਾਲ ਉਹੇ ਜਿਹੇ ਕਾਨੂੰਨਾਂ ਨੂੰ ਰੋਕਣਾ, ਉਹਨਾਂ ਕਾਨੂੰਨਾਂ ਨੂੰ ਘੱਟੋ ਘੱਟ ਜਿਹੜੇ ਗੈਰ ਸੰਵਿਧਾਨਕ ਨੇ, ਜਿਹੜੇ ਬੁਨਿਆਦੀ ਹੱਕ, ਆਰਟੀਕਲ 21 ਆ ਸਾਡੇ ਸੰਵਿਧਾਨ ਦੇ ਵਿੱਚ, ਜਿਹੜਾ ਜਿਉਣ ਦਾ ਅਤੇ ਨਿੱਜੀ ਤੌਰ 'ਤੇ ਆਪਣੇ ਆਪ ਨੂੰ ਪ੍ਰਗਟਾਵੇ ਦਾ ਮਤਲਬ ਹੱਕ ਦਿੰਦਾ ਹੈ, ਉਸ ਪੱਧਰ 'ਤੇ ਜ਼ਿੰਦਗੀ ਦਾ ਹੱਕ ਦਿੰਦਾ ਕਿ ਜ਼ਿੰਦਗੀ ਕਿਸੇ ਨੂੰ, ਕੋਈ ਵੀ ਬੰਦਾ ਜ਼ਿੰਦਗੀ ਖੋ ਨਹੀਂ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਬਿਨਾਂ ਇੱਕ ਅਦਾਲਤੀ ਪ੍ਰਕਿਰਿਆ ਫੋਲੋ ਕੀਤੇ ਤੋਂ। ਪਰ ਜਿੰਨੀਆਂ ਵੀ ਚੀਜ਼ਾਂ ਅਦਾਲਤੀ ਪ੍ਰਕਿਰਿਆ ਫੋਲੋ ਕੀਤੇ ਤੋਂ ਜ਼ਿੰਦਗੀ ਲਈ ਜਾ ਰਹੀ ਹੈ, ਫਿਰ ਅਦਾਲਤਾਂ ਉਹਦੇ 'ਤੇ ਮਤਲਬ ਕੰਮ ਕਰਨਾ ਚਾਹੀਦਾ ਨਾ, ਤਾਂ ਕਾਨੂੰਨ ਉਹਦੇ 'ਤੇ ਲਾਗੂ ਹੋਊਗਾ ਉਸ ਪੱਧਰ 'ਤੇ। ਜਿਹੜਾ ਕਾਨੂੰਨ ਉਹਦੇ ਅਗੇਂਸਟ ਜਾਂਦਾ ਹੈ ਇਸ ਬੁਨਿਆਦੀ ਹੱਕ ਦੇ, ਉਹ ਕਾਨੂੰਨ ਨੂੰ ਵੀ ਰੱਦ ਕਰਨਾ ਚਾਹੀਦਾ, ਕਿਉਂਕਿ ਉਹ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈ। ਇਹ ਜਿੰਨਾ ਚਿਰ ਨਹੀਂ ਹੁੰਦਾ, ਉਨਾ ਚਿਰ ਅਸੀਂ ਇਨਸਾਨੀਅਤ ਦੀ ਕਦਰ ਜਾਂ ਇਨਸਾਨ ਦੀ ਜ਼ਿੰਦਗੀ ਦੀ ਕਦਰ ਕਰਨਾ ਸਿੱਖ ਨਹੀਂ ਸਕਦੇ। ਜੀ ਹਮੀਰ ਸਿੰਘ ਜੀ, ਇਹ ਤਾਂ ਅਸੀਂ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ, ਜੇਕਰ ਇਹਦੇ ਨਾਲ ਇੱਕ ਜੁੜਿਆ ਹੋਇਆ ਪਹਿਲੂ ਹੈ ਇਸ ਟਾਈਮ ਕਰੋਨਾ, ਜਿਹਦੇ ਕਿ ਕੇਸ ਵੱਧਦੇ ਜਾ ਰਹੇ ਨੇ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀ ਆਕਸੀਜਨ ਦੀ ਵੀ
ਕਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈੱਡਾਂ ਦੀ ਘਾਟ ਜਿਹੜੀ ਹਸਪਤਾਲਾਂ 'ਚ ਆਮ ਦੇਖੀ ਜਾ ਰਹੀ ਹੈ। ਇਸੀ ਤੇ ਸੁਪਰੀਮ ਕੋਰਟ ਨੇ ਜਿਹੜਾ ਹੈ ਕੇਂਦਰ ਸਰਕਾਰ ਨੂੰ ਫਟਕਾਰ ਲਾਈ ਹੈ ਵੀ ਕਿ ਉਹ ਜਿਹੜੇ ਵੀ ਲੋੜੀਂਦੇ ਪ੍ਰਬੰਧ ਹੈ ਉਹ ਕੀਤੇ ਜਾਣ, ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਅਸੀਂ ਜਾਣਨਾ ਚਾਹੇ ਮੌਜੂਦਾ ਹਾਲਾਤ ਕੀ ਹੈ ਦੇਸ਼ ਦੇ, ਤੇ ਕੋਰਟ ਨੇ ਕੇਂਦਰ ਨੂੰ ਕੀ ਕਿਹਾ? ਮੈਨੂੰ ਇਹ ਲੱਗਦਾ ਕਿ ਜਿਹੜਾ ਕੋਰਟਾਂ ਵੀ ਬੜੀ ਦੇਰ ਨਾਲ, ਇਦੋਂ ਪਹਿਲਾਂ 6 ਹਾਈ ਕੋਰਟਾਂ 'ਚ ਲੋਕ ਚਲੇ ਗਏ ਨੇ, ਨੋਟਿਸ ਹੋਇਆ। ਦਿੱਲੀ ਦੀ ਹਾਈ ਕੋਰਟ ਪਹਿਲਾਂ ਹੀ ਇਹ ਫੈਸਲਾ ਲੈ ਚੁੱਕੀ ਹੈ। ਰਾਤ ਤੱਕ ਬਹਿਸ ਚੱਲਦੀ ਰਹੀ ਕਿ ਇਹ ਕੇਂਦਰ ਦੀ ਜ਼ਿੰਮੇਵਾਰੀ ਹੈ ਆਕਸੀਜਨ ਦੇਣਾ ਜਾਂ ਬਾਕੀ ਚੀਜ਼ਾਂ ਸਪਲਾਈ ਕਰਨਾ। ਇਸੇ ਕਰਕੇ ਕੇਂਦਰ 'ਤੇ ਸਵਾਲ ਵੀ ਉੱਠ ਰਹੇ ਨੇ ਕਿ ਜੇਕਰ ਤੁਸੀਂ ਖੁੱਲ੍ਹੀ ਮਾਰਕੀਟ ਦੇ ਵਿੱਚ ਆਕਸੀਜਨ ਦੇ 3 ਰੇਟ ਕਰ ਦਿਓ, ਤੁਹਾਨੂੰ 200 ਰੁਪਏ ਮਿਲੇਗੀ, ਰਾਜ ਸਰਕਾਰ ਨੂੰ 400, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 600 ਰੁਪਏ ਦੀ ਡੋਜ਼ ਜਿਹੜੀ ਜੇਕਰ ਉਸ ਲੈਵਲ 'ਤੇ ਮਿਲੂਗੀ ਤਾਂ ਕਾਲਾ ਬਾਜ਼ਾਰੀ ਨੂੰ ਤੁਸੀਂ ਜਨਮ ਦੇ ਰਹੇ ਹੋ। ਸਾਰਾ ਕੁਝ ਹੀ ਮਤਲਬ ਬਲੈਕ ਮਾਰਕੀਟਿੰਗ ਹੋਏਗੀ। ਇਹ ਕਿਉਂ ਹੈ? ਇੱਕ ਰੇਟ ਕਿਉਂ ਨਹੀਂ ਹੈ ਦੇਸ਼ ਦੇ ਵਿੱਚ? ਜੇ ਤੁਸੀਂ ਕਹਿੰਦੇ ਹੋ ਸਾਰਾ ਕੁਝ ਇੱਕ ਹੋਣਾ ਚਾਹੀਦਾ ਤੇ ਇੱਕ ਰੇਟ ਨਹੀਂ ਤੁਸੀਂ ਕਰ ਸਕਦੇ, ਇਹ ਬੜਾ ਵੱਡਾ ਸਵਾਲ ਹੈ। ਤੇ ਮੈਨੂੰ ਤਾਂ ਲੱਗਦਾ ਜਾਂਦੇ ਜਾਂਦੇ ਚੀਫ ਜਸਟਿਸ ਨੇ ਕੱਲ੍ਹ ਨੂੰ ਤਾਂ ਰਿਟਾਇਰ ਹੋਣਾ 23 ਤਰੀਕ ਨੂੰ, ਤੇ ਇੱਕ ਇੰਨਾ ਕਿ ਤੁਸੀਂ ਕੁਝ ਨਹੀਂ ਕਿਹਾ, ਕਿਤੇ ਹਾਈ ਕੋਰਟਾਂ ਹੀ ਆਪਣੇ ਲੈਵਲ 'ਤੇ ਜੇਕਰ ਉਹ ਕਰਦੀਆਂ ਤਾਂ ਸੁਪਰੀਮ ਕੋਰਟ 'ਤੇ ਸਵਾਲ ਉੱਠੇਗਾ। ਔਰ ਜੇ ਤੁਸੀਂ ਦੇਖੋ ਕਿ ਇਦੋਂ ਪਹਿਲਾਂ ਵੀ ਜਦੋਂ ਬਹੁਤ ਜ਼ਿਆਦਾ ਕਿਰਤੀ ਗਏ ਨੇ, ਕਰੋੜਾਂ ਦੀ ਗਿਣਤੀ 'ਚ ਪੈਦਲ ਚੱਲ ਕੇ, ਕੋਰਟਾਂ ਚੁੱਪ ਰਹੀਆਂ। ਜਦੋਂ ਬਹੁਤ ਚੀਕ ਚਿਹਾੜਾ ਪੈ ਗਿਆ, ਇੰਨਾ ਜ਼ਿਆਦਾ ਵੀਡੀਓਜ਼ ਸਾਹਮਣੇ ਆਉਣ ਲੱਗ ਗਈਆਂ ਕਿ ਉਹਨਾਂ ਦਾ ਤਾਂ ਲਹੂ ਲੁਹਾਨ ਕੁਲਹਾਰ ਮੌਤਾਂ ਹੋ ਰਹੀਆਂ ਨੇ, ਉਦੋਂ ਸੁਪਰੀਮ ਕੋਰਟ ਨੇ ਵਿੱਚ ਦਖਲ ਦਿੱਤਾ ਕਿ ਇਹਨਾਂ ਨੂੰ ਟ੍ਰੇਨਾਂ ਜਾਂ ਬੱਸਾਂ ਰਾਹੀਂ ਪ੍ਰਬੰਧ ਕਰੋ, ਆਪਣੀ ਆਪਣੀ ਜਗ੍ਹਾ ਪਹੁੰਚਾਓ ਜੀ। ਪਹਿਲਾਂ ਕਿਉਂ ਨਹੀਂ? ਸਮੇਂ ਸਿਰ ਕਿਉਂ ਨਹੀਂ ਜਾਗਦੇ ਅਸੀਂ? ਅਸਲ 'ਚ ਸਭ ਤੋਂ ਬੜਾ ਕੁਐਸਚਨ ਇਹ ਹੈ। ਔਰ ਜੇਕਰ ਇਹ ਸਮੇਂ ਸਿਰ ਜਾਗਣ ਦਾ ਜਿਹੜਾ ਸਵਾਲ ਆਵੇ ਤਾਂ ਉਹਦੇ 'ਚ ਸਾਰੇ ਮਾਮਲਿਆਂ ਦਾ ਹੋਣਾ ਚਾਹੀਦਾ। ਹੁਣ ਕਿਉਂਕਿ ਰੌਲਾ ਇੱਕ ਐਡੇ ਵੱਡੇ ਪੱਧਰ 'ਤੇ ਮਿਡਲ ਕਲਾਸ ਦਾ, ਉੱਪਰ ਮਿਡਲ ਕਲਾਸ, ਅਮੀਰ ਕਲਾਸ ਦਾ ਪੈ ਗਿਆ, ਅਜੇ ਵੀ ਉਧਰ ਨਜ਼ਰਅੰਦਾਜ਼ ਅਸੀਂ ਕਰ ਰਹੇ ਹਾਂ ਉਹਨਾਂ ਚੀਜ਼ਾਂ ਨੂੰ। ਅਜੇ ਤਾਂ ਆਕਸੀਜਨ ਮਿਲੇ ਜਾਂ ਇਹ ਚੀਜ਼ਾਂ ਮਿਲਣ, ਇਹਦੇ 'ਤੇ ਹੀ ਸੰਗਿਆਨ ਲਿਆ ਨਾ। ਇਹਦੇ 'ਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਦੱਸੇ ਸਾਨੂੰ ਬੈੱਡ ਮਿਲਣ, ਆਕਸੀਜਨ ਮਿਲੇ ਜਾਂ ਬਾਕੀ। ਜਿਹੜੇ ਲੋਕਾਂ ਦੀ ਹਸਪਤਾਲਾਂ ਤੱਕ ਵੀ ਪਹੁੰਚ ਨਹੀਂ, ਜਿਹੜੇ ਉਦੋਂ ਵੀ ਗਰੀਬੀ ਦੀ ਹੇਠਾਂ ਤੋਂ ਜਿਹੜੇ ਭੁੱਖ ਨਾਲ ਮਰ ਰਹੇ ਨੇ, ਹੋਰ ਬਿਮਾਰੀਆਂ ਨਾਲ ਮਰ ਰਹੇ ਨੇ, ਉਧਰ ਵੀ ਸੋਚਣ ਦਾ ਸਵਾਲ ਹੈ ਜੀ। ਬੰਦੇ ਦੀ ਜ਼ਿੰਦਗੀ ਦਾ ਸਵਾਲ ਹੈ ਨਾ ਬੇਸਿਕਲੀ। ਜ਼ਿੰਦਗੀ ਉਹ ਵੀ ਉਨੀ ਓ ਜ਼ਰੂਰੀ ਹੈ ਜਿਹੜੀਆਂ ਬਾਕੀ ਜ਼ਿੰਦਗੀਆਂ ਨੇ, ਜਿਹੜੀਆਂ ਉਸ ਪੱਧਰ ਦੇ ਉੱਤੇ ਫਸ ਰਹੀਆਂ ਨੇ। ਅਜੇ ਮੇਰੇ ਖਿਆਲ ਹੈ ਸਾਡਾ ਇਹ ਬਾਇਸ ਹੈਗਾ ਕਿ ਜਿਹੜੀ ਬਹੁਤ ਗਰੀਬ ਜਨਤਾ ਹੈ, ਜਿਹਦੀ ਨਿਆਂ ਤੱਕ ਵੀ ਪਹੁੰਚ ਨਹੀਂ, ਅਦਾਲਤਾਂ ਤੱਕ ਵੀ ਪਹੁੰਚ ਨਹੀਂ, ਇਲਾਜ ਤੱਕ ਵੀ ਪਹੁੰਚ ਨਹੀਂ, ਵੱਖ-ਵੱਖ ਥਾਵਾਂ 'ਤੇ ਪਹੁੰਚ ਨਹੀਂ ਹੈ, ਉਹਦੇ ਬਾਰੇ ਸੋਚਣ ਦਾ ਅਜੇ ਅਸੀਂ ਜਿਹੜਾ ਇੱਕ ਤਰੀਕਾ ਸ਼ੁਰੂ ਕਰਨਾ, ਉਹਦੇ ਪ੍ਰਤੀ ਮਾਨਸਿਕਤਾ ਅਜੇ ਬਣਾਉਣੀ ਹੈ। ਫਿਰ ਵੀ ਇਹ ਵੀ ਜਵਾਬ ਮੰਗਿਆ, ਠੀਕ ਹੈ, ਜਦੋਂ ਵੀ ਕੱਲ੍ਹ ਤੱਕ ਕੇਂਦਰ ਸਰਕਾਰ ਜਾਂ ਪਰਸੋਂ ਤੱਕ ਜੋ ਵੀ ਜਵਾਬ ਦੇਗੀ, ਇੱਕ ਜਵਾਬਾਂ ਦੀ ਪ੍ਰਕਿਰਿਆ ਚੱਲ ਪਊਗੀ। ਜਦ ਤੱਕ ਮੇਰਾ ਖਿਆਲ ਹੈ ਕਰੋਨਾ ਨੇ ਕਿਵੇਂ ਨਾ ਕਿਵੇਂ ਜਾਂ ਕੁਛ ਮਰ ਮੁਰ ਕੇ ਬੰਦੇ ਹਟਣਗੇ ਜਾਂ ਵੈਸੇ ਢਿੱਲਾ ਹੋ ਜਾਂਦਾ। ਤੇ ਸਾਡੀ ਤਾਂ ਇੰਨਾ ਮਤਲਬ ਐਡੇ ਵੱਡੇ ਪੱਧਰ ਦੀ ਮਾਨਸਿਕਤਾ 'ਚ ਗੜਬੜ ਹੈ। ਜਦੋਂ ਪਹਿਲਾਂ ਵਾਲੇ ਕੇਸ ਮਾੜੇ ਜੇ ਠੀਕ ਹੋ ਗਏ ਸੀ, ਕੋਈ ਰੌਲਾ ਨਹੀਂ ਪਿਆ। ਜਿਹੜੇ ਆਰਜੀ ਤੌਰ 'ਤੇ ਅਸੀਂ ਹਸਪਤਾਲ ਜਾਂ ਬੈੱਡ ਜਾਂ ਆਕਸੀਜਨ ਸਿਲੰਡਰ ਜਾਂ ਵੈਂਟੀਲੇਟਰ ਬਣਾਏ ਸੀ, ਉਹ ਵੀ ਕਿਸੇ ਸਟੋਰਾਂ 'ਚ ਸਿੱਟ 'ਤੇ ਮਤਲਬ ਉਹਨਾਂ 'ਚ, ਤਾਂ ਕਿ ਮੁੜ ਕੇ ਹੁਣ ਤੇ ਲੋੜ ਹੀ ਨਹੀਂ ਪੈਣੀ। ਸਾਡੀ ਜੱਜਮੈਂਟ ਵੀ ਪੂਅਰ ਹੈ, ਇਹਦਾ ਮਤਲਬ ਸਾਡੇ ਅੰਦਾਜ਼ੇ ਵੀ ਪੂਅਰ ਨੇ। ਜਦੋਂ ਬਿਲਕੁਲ ਆ ਗਿਆ, ਅਸੀਂ ਕਹਿੰਦੇ ਹਾਂ ਕਿ ਪੰਜਾਬੀ ਦਾ ਇੱਕ ਮੁਹਾਵਰਾ ਹੈ, ਬੂਹੇ ਖੜੀ ਜੰਝ ਬਿੰਨੋ ਕੁੜੀ ਦੇ ਕੰਨ। ਉਦੋਂ ਬਾਅਦ ਬੜਾ ਚੇਤਨ ਤੌਰ 'ਤੇ ਅਸੀਂ ਆਪਣੇ ਆਪ ਨੂੰ ਇਹ ਕਹਿੰਦੇ ਹਾਂ ਭੱਜ ਨੱਠ ਕਰਦੇ ਹਾਂ, ਅਤੇ ਉਹ ਭੱਜ ਨੱਠ ਦਾ ਇਕੱਲਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਸਮੁੱਚਤਾ ਦੇ ਵਿੱਚ ਇਨਸਾਨੀਅਤ ਦੇ ਬਾਰੇ ਜਾਂ ਬਾਕੀ ਚੀਜ਼ਾਂ ਬਾਰੇ ਇੱਕ ਸਟ੍ਰੈਟਜੀ ਦਾ ਸਵਾਲ ਹੁੰਦਾ। ਉਹਦੇ 'ਚ ਸਭ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਉਹਦੇ 'ਚ ਸੂਬਿਆਂ ਨੂੰ ਵੀ ਚੱਲਣਾ ਹੁੰਦਾ, ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਚੱਲਣਾ ਹੁੰਦਾ, ਲੋਕਲ ਬਾਡੀ ਸੰਸਥਾਵਾਂ ਨੂੰ ਵੀ ਚੱਲਣਾ ਹੁੰਦਾ। ਉਹਨਾਂ ਨਾਲ ਰਾਬਤਾ ਕਿਤੇ ਦਿਖਾਈ ਨਹੀਂ ਦਿੰਦਾ, ਉਹਨਾਂ ਨੂੰ ਤਾਂ ਹੁਕਮ ਦਿੱਤੇ ਜਾ ਰਹੇ ਨੇ। ਅਜੇ ਵੀ ਇਹਦੇ 'ਚ ਐਡੀ ਵੱਡੀ ਗੜਬੜ ਹੈ। ਸ਼ਾਇਦ ਇਕੱਲੇ ਇੱਕ ਸੁਣਵਾਈ ਨਾਲ ਨਹੀਂ ਇਹ ਹੱਲ ਹੋਣੀ, ਇਹ ਵਿਚਾਰ ਮੰਥਨ ਨਾਲ ਹੱਲ ਹੋਣੀ ਹੈ ਸਮਾਜ ਦੇ ਵਿੱਚ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।